ਦੋਸਤੋ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਦੇ ਵਿਹੜੇ। ਅੱਜ ਸਾਡੇ ਮਹਿਮਾਨ ਨੇ ਜਤਿੰਦਰ ਸ਼ਰਮਾ ਜੋ ਕਿ ਇਨਕਲਾਬੀ ਲੇਖਕ ਨੇ। ਇਹਨਾਂ ਨੇ ਸਿਰਫ ਅਤੇ ਸਿਰਫ ਸਮਾਜਿਕ ਸਰੋਕਾਰਾਂ ਨਾਲ ਜੁੜੀਆਂ ਰਚਨਾਵਾਂ ਹੀ ਲਿਖੀਆਂ ਨੇ। ਆਓ ਫਿਰ ਤੁਹਾਨੂੰ ਅੱਜ ਮਿਲਾਉਂਦੇ ਹਾਂ ਜਤਿੰਦਰ ਸ਼ਰਮਾ ਜੀ ਨੂੰ। ਸ਼ਰਮਾ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਕਲਮਾਂ ਦੇ ਰੂਬਰੂ ਵਿੱਚ। ਸ਼ਰਮਾ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਦੱਸੋ, ਤੁਹਾਡੇ ਜਨਮ ਬਾਰੇ, ਕਿਹੜੇ ਪਿੰਡ ਤੋਂ ਤੁਸੀਂ, ਅਤੇ ਆਪਣੀ ਪੜ੍ਹਾਈ ਬਾਰੇ। ਮੇਰਾ ਜਨਮ ਬਠਿੰਡਾ ਜ਼ਿਲ੍ਹਾ ਦੇ ਪਿੰਡ ਭੁੱਚੋ ਖੁਰਦ, ਜਿਹੜਾ ਕਿ ਬਠਿੰਡਾ ਬਰਨਾਲਾ ਰੋਡ 'ਤੇ ਸਥਿਤ ਹੈ, ਉੱਥੇ ਮੇਰਾ ਜਨਮ ਹੋਇਆ ਹੈ। ਅਤੇ ਜੇਕਰ ਪੜ੍ਹਾਈ ਦੀ ਗੱਲ ਕਰੀਏ ਤਾਂ ਮੇਰੇ ਪਿਤਾ ਜੀ ਫੌਜ ਦੇ ਵਿੱਚ ਨੌਕਰੀ ਕਰਦੇ ਸੀ। ਤਾਂ ਸਕੂਲ ਜਿਹੜਾ ਮੈਂ ਸ਼ੁਰੂ ਕੀਤਾ ਉਹ ਪੰਚਕੂਲਾ ਦੇ ਜਨਿੰਦਰਾ ਪਬਲਿਕ ਹਾਈ ਸਕੂਲ ਤੋਂ ਸ਼ੁਰੂ ਕੀਤਾ। ਉਸ ਤੋਂ ਬਾਅਦ ਉਹਨਾਂ ਦੀ ਪੋਸਟਿੰਗ ਸ਼੍ਰੀਨਗਰ ਵਿਖੇ ਹੋਈ। ਤਾਂ ਸਾਡਾ ਜਿਹੜਾ ਮੇਰਾ ਪਰਿਵਾਰ, ਮੇਰੇ ਵੱਡੇ ਸਿਸਟਰ, ਮਾਤਾ ਜੀ, ਅਸੀਂ ਪਿੰਡ ਆਏ। ਤਾਂ ਪਿੰਡ ਦਾ ਸਕੂਲ ਹੈ ਜਿਹੜਾ ਉਹ ਮਿਡਲ ਤੱਕ ਸੀਗਾ। ਮਿਡਲ ਤੱਕ ਦੀ ਜਿਹੜੀ ਪੜ੍ਹਾਈ ਹੈ ਮੇਰੀ ਪਿੰਡ ਦੇ ਸਕੂਲ 'ਚ ਹੋਈ, ਭੁੱਚੋ ਖੁਰਦ ਜਿਹੜਾ ਹੈਗਾ ਮਿਡਲ ਸਕੂਲ ਦੇ ਵਿੱਚੋਂ ਹੋਈ। ਅਤੇ ਉਸ ਤੋਂ ਬਾਅਦ ਨਾਲ ਦੇ ਪਿੰਡ ਸਾਨੂੰ ਜਾਣਾ ਪੈਂਦਾ ਸੀ ਪੜ੍ਹਨ, ਅਤੇ ਉੱਥੋਂ ਮੈਟ੍ਰਿਕ ਅਤੇ ਸੀਨੀਅਰ ਸੈਕੰਡਰੀ ਜਿਹੜੀ ਉੱਥੋਂ ਪਾਸ ਕੀਤੀ। ਫਿਰ DAV ਕਾਲਜ ਬਠਿੰਡਾ ਤੋਂ ਗ੍ਰੈਜੂਏਸ਼ਨ, ਉਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਰਜਿੰਦਰਾ ਕਾਲਜ ਬਠਿੰਡਾ। ਫਿਰ ਜਿਹੜੀ ਆਪਣੀ B.Ed ਹੈਗੀ ਆ ਉਹ ਬਾਬਾ ਫਰੀਦ ਕਾਲਜ ਆਫ ਐਜੂਕੇਸ਼ਨ ਦਿਓ। ਇੱਥੋਂ ਮੇਰੀ ਜਿਹੜੀ ਹੈਗੀ ਹੈ ਸਾਰੀ ਜਿਹੜੀ ਮੈਂ ਪੜ੍ਹਾਈ ਕੀਤੀ। ਅੱਛਾ ਬਾਈ, ਹੁਣ ਗੱਲ ਕਰਦੇ ਹਾਂ ਤੁਹਾਡੀ ਲਿਖਣ ਦੀ ਰੁਚੀ ਬਾਰੇ ਨਾ। ਤੁਸੀਂ ਇਹ ਦੱਸੋ ਕਿ ਤੁਸੀਂ ਲਿਖਣਾ ਕਦੋਂ ਅਤੇ ਕਿਵੇਂ ਸ਼ੁਰੂ ਕੀਤਾ, ਭਾਵ ਤੁਹਾਡਾ ਸਾਹਿਤ ਨਾਲ ਮੇਲ ਮਿਲਾਪ ਕਿਵੇਂ ਹੋਇਆ। ਹਾਂਜੀ, ਲਿਖਣ ਦੀ ਰੁਚੀ ਦੀ ਜਿੱਥੋਂ ਤੱਕ ਗੱਲ ਕਰੀਏ, ਕਦੇ ਸੋਚਿਆ ਵੀ ਨਹੀਂ ਸੀ ਕਿ ਇਸ ਲਾਈਨ 'ਚ ਮਤਲਬ ਆਵਾਂਗੇ। ਤਾਂ ਮੈਂ ਜਦੋਂ ਕਿਤੇ ਕੋਈ ਕਵਿਤਾ ਪੜ੍ਹਦਾ ਜਾਂ ਉਦੋਂ ਮਨ 'ਚ ਸਵਾਲ ਉੱਠਣੇ ਵੀ, ਜੋ ਇਹ ਲਿਖਿਆ ਹੈ ਕਿਸ ਤਰ੍ਹਾਂ, ਮਤਲਬ ਕੀ ਹਾਲਾਤ ਰਹੇ ਹੋਣਗੇ, ਕਿਵੇਂ ਲਿਖਿਆ ਹੋਊਗਾ। ਫਿਰ ਹੌਲੀ ਹੌਲੀ ਜਦੋਂ ਪੜ੍ਹਾਈ ਪੂਰੀ ਕੀਤੀ ਤਾਂ ਸਰਵਿਸ ਦੇ ਵਿੱਚ ਆ ਗਏ। ਸਰਵਿਸ ਦੇ ਵਿੱਚ ਆਉਣ ਤੋਂ ਬਾਅਦ ਜਦੋਂ ਪਹਿਲੀ ਤਨਖਾਹ ਮਿਲੀ ਤਾਂ ਉਦੋਂ ਇਹ ਲੱਗਿਆ, ਸਾਨੂੰ ਜਿਹੜੀ ਤਨਖਾਹ ਮਿਲੀ ਕੰਟਰੈਕਟ ਤੇ ਅਸੀਂ ਮਤਲਬ ਭਰਤੀ ਹੋਏ 2008 ਦੇ ਵਿੱਚ। ਤਾਂ ਉਹ ਤਨਖਾਹ ਸਾਨੂੰ ਮੈਨੇਜਮੈਂਟ ਕਮੇਟੀ ਦੇ ਜਿਹੜੇ ਹੈਗੇ ਆ ਮਤਲਬ ਚੇਅਰਮੈਨ ਦੇ ਥਰੂ ਮਿਲਦੀ ਸੀ। ਉਹ ਸਾਨੂੰ ਬੈਂਕ ਦੇ ਵਿੱਚ ਜਾ ਕੇ ਸਾਡੀ ਜਿਹੜੀ ਮਿਹਨਤ ਹੈ, ਸਾਡੀ ਜਿਹੜੀ ਕਮਾਈ ਹੈ, ਸਾਨੂੰ ਉਹ ਦਿੰਦੇ ਸੀ। ਤਾਂ ਉਦੋਂ ਐਂ ਲੱਗਦਾ ਹੁੰਦਾ ਸੀ ਵੀ ਇੰਨਾ ਪੜ੍ਹ ਕੇ, ਇੰਨਾ ਕੁਛ ਕਰਕੇ ਤਾਂ ਮਤਲਬ ਇੱਕ ਗੁਲਾਮੀ ਮਹਿਸੂਸ ਹੁੰਦੀ ਸੀ। ਤਾਂ ਹੌਲੀ ਹੌਲੀ ਫਿਰ ਸਾਡਾ ਜਿਹੜਾ ਕੇਡਰ ਹੈ ਸਾਰਾ ਉਹ ਸੰਘਰਸ਼ ਵੱਲ ਤੁਰਿਆ। ਤਾਂ ਚੱਲਦੇ ਰਹੇ। ਤਾਂ ਉਹਨਾਂ ਸੰਘਰਸ਼ਾਂ ਦੇ ਵਿੱਚੋਂ ਜੋ ਮਨ ਦੇ ਵਿੱਚ ਅਹਿਸਾਸ ਉੱਠਦੇ ਸੀ, ਤਾਂ ਉਹਨਾਂ ਅਹਿਸਾਸ ਨੂੰ ਮਤਲਬ ਹੌਲੀ ਹੌਲੀ ਕਲਮਬੱਧ ਕਰਨਾ ਸ਼ੁਰੂ ਕੀਤਾ। ਤਾਂ ਉਦੋਂ ਐਂ ਲੱਗਦਾ ਹੁੰਦਾ ਸੀ ਵੀ ਆਪਣੇ ਵੱਸ ਦਾ ਰੋਗ ਨਹੀਂ ਹੈ, ਆਪਾਂ ਨਹੀਂ ਲਿਖ ਸਕਦੇ। ਤਾਂ ਕਵਿਤਾ ਜਿਵੇਂ ਕਹਿ ਲਈਏ ਇੱਕ ਅਹਿਸਾਸ ਤੇ ਅਭਿਆਸ, ਜਿੰਨਾ ਤੁਸੀਂ ਕਵਿਤਾ ਦਾ ਅਭਿਆਸ ਕਰਦੇ ਹੋ, ਲਿਖਣ ਦਾ ਅਭਿਆਸ ਕਰਦੇ ਹੋ, ਓਨਾ ਨਿਖਾਰ ਆਉਂਦਾ ਹੈ। ਤਾਂ ਸ਼ੁਰੂਆਤੀ ਦੌਰ ਦੇ ਵਿੱਚ ਮੈਨੂੰ ਯਾਦ ਹੈ 2016 ਦੀ ਗੱਲ ਹੈ। ਤਾਂ ਮੈਂ ਜਦੋਂ ਲਿਖਣਾ ਸ਼ੁਰੂ ਕੀਤਾ 2016 ਦੇ ਵਿੱਚ, ਤਾਂ ਮੈਂ ਆਪਣੀਆਂ ਪਹਿਲੀਆਂ ਰਚਨਾਵਾਂ, ਮੇਰਾ ਦੋਸਤ ਮਰਹੂਮ ਮਿੱਤਰ ਹਰਜਿੰਦਰ ਸਿੰਘ ਭੁੱਲਰ, ਉਹਨਾਂ ਦੀ ਕਿਤਾਬ ਵੀ ਪਬਲਿਸ਼ ਹੋਈ ਹੈ ਹਵਾਵਾਂ। ਤਾਂ ਉਹਨਾਂ ਨੂੰ ਮੈਂ ਉਹ ਰਚਨਾਵਾਂ ਭੇਜਦਾ ਤਾਂ ਉਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ। ਸਮੇਂ ਤੇ ਮੈਨੂੰ ਮਤਲਬ ਮੋਟੀਵੇਟ ਕਰਦੇ ਰਹੇ ਕਿ ਕੁਛ ਨਾ ਕੁਛ
ਜੋ ਤੂੰ ਲਿਖਿਆ ਹੈ ਉਹਦੇ ਵਿੱਚ ਕੋਈ ਨਾ ਕੋਈ ਗੱਲ ਹੈ, ਸਮਾਜਿਕ ਜੋ ਵਰਤਾਰਾ ਚੱਲ ਰਿਹਾ ਹੈ ਉਸ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਤੂੰ ਆਪਣੀ ਕਲਮ ਨਾਲ ਉਸ ਨੂੰ ਬਿਆਨ ਕਰ ਰਿਹਾ ਹੈ। ਤਾਂ ਮੈਨੂੰ ਉਹਨਾਂ ਨੇ ਬਹੁਤ ਮੋਟੀਵੇਟ ਕੀਤਾ। ਮੇਰਾ ਦੋਸਤ ਹੈ ਹਰਜਿੰਦਰ ਸਿੰਘ ਭੁੱਲਰ। ਤਾਂ ਉੱਥੋਂ ਫਿਰ ਹੌਲੀ ਹੌਲੀ ਚੱਲਦਾ ਰਿਹਾ ਇਹ ਦੌਰ ਲਿਖਣ ਦਾ। ਤਾਂ ਹੌਲੀ ਹੌਲੀ ਨਿਖਾਰ ਵੀ ਆਉਂਦਾ ਗਿਆ। ਤਾਂ ਫਿਰ ਅਖਬਾਰਾਂ ਦੇ ਵਿੱਚ ਵੀ ਮਤਲਬ ਰਚਨਾਵਾਂ ਜਿਹੜੀਆਂ ਹੈਗੀਆਂ ਛਪਦੀਆਂ ਰਹੀਆਂ। ਤੇ ਮੇਰੇ ਦੋਸਤ ਦੀ ਹਰਜਿੰਦਰ ਸਿੰਘ ਭੁੱਲਰ ਦੀ ਮੈਂ ਗੱਲ ਕਰਦਾ ਤੁਹਾਨੂੰ, ਉਹਨਾਂ ਨੂੰ ਮੈਂ ਪੜ੍ਹ ਕੇ ਵੀ ਸੁਣਾਉਣਾ ਹੈ। ਉਹਨਾਂ ਦੀਆਂ ਕਿਤਾਬ ਆਈ ਸੀ ਹਵਾਵਾਂ। ਉਹਦੇ ਵਿੱਚ ਉਹਨਾਂ ਨੇ ਹਰ ਰੰਗ ਕਵਿਤਾ ਦਾ ਲਿਖਿਆ। ਇਸ ਕਿਤਾਬ ਤੋਂ ਥੋੜਾ ਸਮਾਂ ਬਾਅਦ ਹੀ ਸਾਨੂੰ ਵਿਛੋੜਾ ਦੇ ਗਿਆ ਸਾਡਾ ਬਹੁਤ ਹੀ ਪਿਆਰਾ ਮਿੱਤਰ। ਤੇ ਜਿਵੇਂ ਕਹਿੰਦੇ ਹੁੰਦੇ, ਕਿਤਾਬ ਦਾ ਨਾਂ ਸੀ ਹਵਾਵਾਂ। ਪਤਾ ਨਹੀਂ ਚੰਦਰੀਆਂ ਕਿਹੋ ਜਿਹੀਆਂ ਹਵਾਵਾਂ ਸੀ। ਇਹ ਸਾਂਝਾ ਕਾਵਿ ਸੰਗ੍ਰਹਿ ਸੀ ਦੀਪਕ ਸਿੰਘ ਮਹਿਰਾਜ ਤੇ ਹਰਜਿੰਦਰ ਸਿੰਘ ਭੁੱਲਰ। ਤੋ ਦੋਨੋਂ ਹੀ ਅੱਜ ਸਾਡੇ ਵਿਚਕਾਰ ਹੈ। ਇਹ ਮੇਰਾ ਦੋਸਤ ਹਰਜਿੰਦਰ ਸਿੰਘ ਭੁੱਲਰ, ਤੁਸੀਂ ਤਸਵੀਰ ਦੇਖ ਰਹੇ ਹੋ। ਇਹਦੇ ਮੈਂ ਇੱਕ ਕਵਿਤਾ ਤੁਹਾਡੀ ਆਗਿਆ ਦੇ ਨਾਲ ਪੜ੍ਹਨਾ ਚਾਹੂੰਗਾ। ਕਵਿਤਾ ਹੈ ਪਿਆਸ। ਤੂੰ ਕਿਹੋ ਜਿਹੀ ਪਿਆਸ, ਤੂੰ ਕਿਹੋ ਜਿਹੀ ਪਿਆਸ, ਬੁਝਦੀ ਵੀ ਨਹੀਂ ਲੱਗਦੀ ਵੀ ਨਹੀਂ। ਤੂੰ ਕਿਹੋ ਜਿਹੀ ਨਦੀ, ਤੂੰ ਕਿਹੋ ਜਿਹੀ ਨਦੀ, ਸੁੱਕਦੀ ਵੀ ਨਹੀਂ ਵਗਦੀ ਵੀ ਨਹੀਂ। ਹੈ ਰੌਲਾ ਅੱਜ ਵੀ ਰੋਟੀ ਕੁਰਸੀ ਇਸ਼ਕ ਦਾ, ਹੈ ਰੌਲਾ ਅੱਜ ਵੀ ਰੋਟੀ ਕੁਰਸੀ ਇਸ਼ਕ ਦਾ। ਤੂੰ ਕਿਹੋ ਜਿਹੀ ਚੰਗਿਆੜੀ, ਬੁਝਦੀ ਵੀ ਨਹੀਂ ਮਗਦੀ ਵੀ ਨਹੀਂ। ਕੁਝ ਖੁਆਬੀ ਕਿਤਾਬੀ ਹੱਕ ਆਜ਼ਾਦੀ ਦੀਆਂ ਗੱਲਾਂ, ਕੁਝ ਖੁਆਬੀ ਕਿਤਾਬੀ ਹੱਕ ਆਜ਼ਾਦੀ ਦੀਆਂ ਗੱਲਾਂ। ਤੂੰ ਕਿਹੋ ਜਿਹੀ ਸੋਚ, ਪਣਦੀ ਵੀ ਨਹੀਂ ਅੱਗਦੀ ਵੀ ਨਹੀਂ। ਇੱਥੇ ਪੰਜ ਪੰਜ ਕਰਕੇ, ਇੱਥੇ ਪੰਜ ਪੰਜ ਕਰਕੇ 65 70 ਟੱਪ ਗਏ। ਇੱਥੇ ਪੰਜ ਪੰਜ ਕਰਕੇ 65 70 ਟੱਪ ਗਏ। ਤੂੰ ਕਿਹੋ ਜਿਹੀ ਹਕੂਮਤ, ਤੂੰ ਕਿਹੋ ਜਿਹੀ ਹਕੂਮਤ, ਘਰਦੀ ਵੀ ਨਹੀਂ ਠੱਗਦੀ ਵੀ ਨਹੀਂ। ਆ ਬੂਹੇ ਤੋਂ ਮੁੜ ਗਈ ਤੀਜੀ ਇਨਕਲਾਬ ਦੀ ਬੇਟੀ, ਆ ਬੂਹੇ ਤੋਂ ਮੁੜ ਗਈ ਤੀਜੀ ਇਨਕਲਾਬ ਦੀ ਬੇਟੀ। ਤੂੰ ਕਿਹੋ ਜਿਹੀ ਕਿਸਮਤ, ਸੁੱਤੀ ਵੀ ਨਹੀਂ ਜਗਦੀ ਵੀ ਨਹੀਂ। ਇਹ ਮੇਰਾ ਦੋਸਤ ਹਰਜਿੰਦਰ ਸਿੰਘ ਭੁੱਲਰ, ਜਿਹੜਾ ਕਿ ਸਮੇਂ ਦੀਆਂ ਸਰਕਾਰਾਂ ਦੇ ਖਿਲਾਫ ਬਹੁਤ ਜਿਹੜਾ ਹਿੱਕ ਠੋਕ ਕੇ ਗੱਲ ਕਰਨ ਵਾਲਾ ਮੇਰਾ ਦੋਸਤ ਹਰਜਿੰਦਰ ਸਿੰਘ ਭੁੱਲਰ ਅੱਜ ਸਾਡੇ ਵਿਚਕਾਰ ਨਹੀਂ। ਤੇ ਉਹਦੀ ਬਦੌਲਤ ਜਿਹੜਾ ਮੈਂ ਇਸ ਲਿਖਣ ਦੇ ਰਾਹ ਤੁਰਿਆ। ਸਰ, ਮੈਂ ਜਿਵੇਂ ਹੁਣ ਤੁਸੀਂ ਗੱਲ ਕੀਤੀ ਹਰਜਿੰਦਰ ਭੁੱਲਰ ਦੀ ਹੈ ਨਾ, ਜਿਨ੍ਹਾਂ ਨੇ ਤੁਹਾਨੂੰ ਮੋਟੀਵੇਟ ਕੀਤਾ। ਹੁਣ ਇਹ ਦੱਸੋ ਕਿ ਤੁਸੀਂ ਇਹਨਾਂ ਤੋਂ ਇਲਾਵਾ ਹੋਰ ਕਿਹੜੇ ਕਵੀ ਜਾਂ ਵਿਦਵਾਨਾਂ ਨੂੰ ਨਿੱਠ ਕੇ ਪੜ੍ਹਿਆ ਜਿਨ੍ਹਾਂ ਨੇ ਤੁਹਾਨੂੰ ਪ੍ਰਭਾਵਿਤ ਕੀਤਾ? ਮੈਂ ਪਾਸ਼, ਅਵਤਾਰ ਸਿੰਘ ਪਾਸ਼, ਸੁਰਜੀਤ ਪਾਤਰ, ਵਿਜੇ ਵਿਵੇਕ, ਇਹਨਾਂ ਨੂੰ ਮਤਲਬ ਬਹੁਤ ਜਿਹੜਾ ਹੈਗਾ ਰੀਝ ਨਾਲ ਪੜ੍ਹਦਾ। ਤੇ ਪ੍ਰਭਾਵ ਦੀ ਗੱਲ ਕਰੀਏ ਤਾਂ ਪਰਿਵਾਰ ਦੇ ਵਿੱਚ ਕੋਈ ਅਜਿਹਾ ਨਹੀਂ ਸੀ ਪਹਿਲਾਂ ਤੋਂ, ਸਾਰੇ ਪਰਿਵਾਰ ਦੇ ਵਿੱਚ ਵੀ ਕੋਈ ਇਸ ਲਾਈਨ ਦੇ ਵਿੱਚ ਹੋਵੇ ਜਾਂ ਮਤਲਬ ਸਾਹਿਤ ਦੇ ਨਾਲ ਜੁੜਿਆ ਹੋਵੇ। ਤਾਂ ਮੇਰੇ ਤੇ ਜਿਹੜਾ ਪ੍ਰਭਾਵ ਹਰਜਿੰਦਰ ਸਿੰਘ ਭੁੱਲਰ, ਮੈਂ ਤੁਹਾਨੂੰ ਦੱਸਿਆ ਵੀ ਮੇਰਾ ਗੁਰੂ ਵੀ ਕਹਿ ਲਓ, ਗੁਰੂ ਇਹੀ ਹੈ ਮੇਰਾ, ਕਿਉਂਕਿ ਸਾਹਿਤ ਦੇ ਵੱਲ ਮੈਨੂੰ ਇਹੀ ਲੈ ਕੇ ਆਇਆ। ਤੇ ਪ੍ਰਭਾਵ ਗੀਤਕਾਰ ਮੂਲਚੰਦ ਸ਼ਰਮਾ ਜੀ ਦਾ ਮੇਰੀ ਜਿਹੜੀ ਹੈਗਾ ਉਹ ਬਹੁਤ, ਮੈਂ ਉਹਨਾਂ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਹਾਂ, ਕਿਉਂਕਿ ਗੀਤਕਾਰ ਰਹੇ ਹੈ। ਹੁਣ ਵਰਤਮਾਨ ਸਮੇਂ ਤੇ ਜੋ ਕੁਝ ਚੱਲ ਰਿਹਾ ਹੈ, ਜੋ ਵੀ ਵਾਪਰਦਾ ਹੈ, ਉਹ ਬੜੇ ਸਰਲ ਤਰੀਕੇ ਨਾਲ ਉਹਨਾਂ ਦੀਆਂ ਮੈਂ ਫੇਸਬੁੱਕ ਤੇ ਪੜ੍ਹਦਾ ਰਹਿਣਾ।
ਉਹਨਾਂ ਦੀ ਹਰ ਇੱਕ ਪੋਸਟ ਜਾਂ ਤਾਂ ਵਿਅੰਗਮਈ ਤਰੀਕੇ ਦੇ ਨਾਲ ਜਾਂ ਕਿਸੇ ਵੀ ਰੰਗ ਦੇ ਵਿੱਚ ਉਹ ਮਤਲਬ ਇਹਨਾਂ ਜਿਹੜੀਆਂ ਵਰਤਮਾਨ ਸਮੇਂ ਦੇ ਵਿੱਚ ਜੋ ਬੁਰਾਈਆਂ ਜਾਂ ਸਰਕਾਰਾਂ ਵੱਲੋਂ ਜੋ ਗਲਤ ਨੀਤੀਆਂ ਦਾ ਉਹਨਾਂ ਦੇ ਵਿੱਚ ਵਿਰੋਧ ਹੁੰਦਾ ਹੈ, ਝਲਕਦਾ, ਤਾਂ ਮੈਂ ਉਹਨਾਂ ਤੋਂ ਵੀ ਬਹੁਤ ਪ੍ਰਭਾਵਿਤ। ਸ਼ਰਮਾ ਜੀ ਹੁਣ ਇਹ ਦੱਸੋ ਕਿ ਤੁਹਾਡੀਆਂ ਰਚਨਾਵਾਂ ਕਿਹੜੇ ਅਖਬਾਰਾਂ, ਮੈਗਜ਼ੀਨਾਂ ਜਾਂ ਰਸਾਲਿਆਂ ਵਿੱਚ ਛਪ ਰਹੀਆਂ ਨੇ ਜਾਂ ਪਹਿਲਾਂ ਛਪੀਆਂ ਨੇ, ਅਤੇ ਤੁਹਾਡੀ ਪਹਿਲੀ ਰਚਨਾ ਕਦੋਂ ਅਤੇ ਕਿਹੜੇ ਅਖਬਾਰ ਵਿੱਚ ਛਪੀ ਸੀ? ਹਾਂਜੀ, ਮੇਰੀਆਂ ਰਚਨਾਵਾਂ ਜਿਹੜੀਆਂ ਹੁਣ ਤੱਕ ਦਾ ਟਾਈਮਜ਼ ਆਫ ਪੰਜਾਬ ਤੇ ਮੀਡੀਆ ਪੰਜਾਬ, ਪੰਜਾਬੀ ਇਨ ਹਾਲੈਂਡ, ਜਗਬਾਣੀ ਜਿਹੜਾ ਇਹਨਾਂ ਦਾ ਆਨਲਾਈਨ ਜਿਹੜਾ ਚੱਲ ਰਿਹਾ ਹੈ, ਤੇ ਇੰਟਰਨੈਸ਼ਨਲ ਪੰਜਾਬੀ ਟ੍ਰਿਬਿਊਨ ਉਹਦੇ ਵਿੱਚ, ਤੇ ਸਮਾਜ ਵੀਕਲੀ, ਹਰਫਨਾਮਾ ਮੈਗਜ਼ੀਨ, ਇਹਨਾਂ ਦੇ ਵਿੱਚ ਮੇਰੀਆਂ ਰਚਨਾਵਾਂ ਜਿਹੜੀਆਂ ਛਪ ਚੁੱਕੀਆਂ ਤੇ ਛਪ ਰਹੀਆਂ। ਤੇ ਪਹਿਲੀ ਵਾਰ ਜਿਹੜੀ ਛਪਣ ਦੀ ਗੱਲ ਹੈ ਤਾਂ ਮੈਂ ਕਵਿਤਾ ਲਿਖੀ ਸੀ ਹਲ, ਉਹ ਵੀ ਕਿਸਾਨੀ ਦੇ ਨਾਲ ਜੁੜੀ ਹੋਈ ਕਵਿਤਾ ਸੀ। ਤਾਂ ਉਹ ਜਦੋਂ ਮੈਂ ਮੇਰੇ ਮਿੱਤਰ ਹਰਜਿੰਦਰ ਨੂੰ ਭੇਜੀ ਉਹ ਕਵਿਤਾ, ਤਾਂ ਉਹ ਕਹਿੰਦਾ ਵੀ ਇਸ ਕਵਿਤਾ ਨੂੰ ਨਿਊਜ਼ਪੇਪਰ ਦੇ ਵਿੱਚ ਭੇਜ। ਤਾਂ ਉਦੋਂ ਅਦਾਰਾ ਨਿਰਪੱਖ ਆਵਾਜ਼, ਤਾਂ ਮੈਂ ਪਹਿਲੀ ਕਵਿਤਾ ਮਤਲਬ ਉਹਨਾਂ ਨੂੰ ਭੇਜੀ, ਤਾਂ ਉਹਦੇ ਵਿੱਚ ਜਿਹੜੀ ਹੈਗੀ ਹੈ ਇਸ ਤਰ੍ਹਾਂ ਦਾ ਸਬੱਬ ਬਣਿਆ। ਫਿਰ ਹੌਲੀ ਹੌਲੀ ਮਤਲਬ ਹੋਰ ਅਖਬਾਰਾਂ ਦੇ ਵਿੱਚ ਭੇਜਦੇ ਰਹੇ। ਤੇ ਸ਼ਰਮਾ ਜੀ, ਜਿਵੇਂ ਤੁਸੀਂ ਦੱਸਿਆ ਨਾ, ਤੁਹਾਨੂੰ ਲਿਖਦਿਆਂ ਵੀ ਕਾਫੀ ਟਾਈਮ ਹੋ ਚੁੱਕਿਆ ਹੈ ਅਤੇ ਤੁਹਾਡੀਆਂ ਕਾਫੀ ਕਵਿਤਾਵਾਂ ਅਖਬਾਰਾਂ ਰਸਾਲਿਆਂ ਵਿੱਚ ਛਪ ਚੁੱਕੀਆਂ ਨੇ। ਮੇਰਾ ਕਹਿਣ ਦਾ ਭਾਵ ਇਹ ਹੈ ਕਿ ਮਤਲਬ ਇਹਨਾਂ ਨੂੰ ਕਿਤਾਬੀ ਰੂਪ ਦਿੱਤਾ ਜਾ ਸਕਦਾ। ਅਤੇ ਇਹ ਦੱਸੋ ਕਿ ਤੁਹਾਡੀ ਕਿਤਾਬ ਕਦੋਂ ਕੁ ਆ ਰਹੀ ਹੈ? ਕੀ ਤੁਹਾਡਾ ਕੋਈ ਭਵਿੱਖ 'ਚ ਹੈ ਯੋਜਨਾ ਕਿਤਾਬ ਛਪਾਉਣ ਦੀ? ਕਿਤਾਬ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ, ਜ਼ਿੰਦਗੀ ਦੇ 10 ਸਾਲ ਸੰਘਰਸ਼ਾਂ ਦੇ ਵਿੱਚ ਹੀ ਲੰਘ ਗਏ। ਤਾਂ ਹੌਲੀ ਹੌਲੀ ਇਹ ਸਫ਼ਰ ਚੱਲਦਾ ਰਿਹਾ, ਪਰ ਇੰਨਾ ਸਮਾਂ ਹੀ ਨਹੀਂ ਸੀ ਹੁੰਦਾ ਕਿ ਇਸ ਸਾਹਿਤ ਦੇ ਪੱਖ ਵੱਲ ਜ਼ਿਆਦਾ ਮਤਲਬ ਵਿਸ਼ੇਸ਼ ਧਿਆਨ ਦਿੱਤਾ ਜਾਂਦਾ। ਪਰ ਹੁਣ ਜਿਹੜਾ ਹੈਗਾ ਸਮਾਂ, ਤਾਂ ਹੁਣ ਜਿਹੜਾ ਹੈਗਾ ਕਿਤਾਬ ਪਬਲਿਸ਼ ਕਰਾਉਣ ਬਾਰੇ ਜਿਹੜਾ ਹੈ ਵਿਚਾਰ ਉਹ ਚੱਲ ਰਿਹਾ। ਅੱਛਾ ਸ਼ਰਮਾ ਜੀ, ਹੁਣ ਇਹ ਦੱਸੋ ਤੁਸੀਂ ਕਵਿਤਾ ਤੋਂ ਬਿਨਾਂ ਹੋਰ ਕਿਹੜੀਆਂ ਸਾਹਿਤਕ ਬਾਨੀਆਂ 'ਚ ਲਿਖਦੇ ਹੋ, ਜਿਵੇਂ ਕਹਾਣੀ ਜਾਂ ਨਾਟਕ ਜਾਂ ਕੋਈ ਨਾਵਲ ਵਗੈਰਾ? ਕਵਿਤਾ ਤੋਂ ਬਿਨਾਂ ਮੈਂ ਕਹਾਣੀਆਂ ਲਿਖਦਾ ਰਹਿੰਦਾ, ਤੇ ਮੇਰੀਆਂ ਕਹਾਣੀਆਂ ਜਿਹੜੀਆਂ ਹੈਗੀਆਂ ਉਹ ਵੀ ਇਹਨਾਂ ਅਖਬਾਰਾਂ ਦੇ ਵਿੱਚ, ਜਿਵੇਂ ਤੁਹਾਨੂੰ ਦੱਸਿਆ ਦਾ ਟਾਈਮਜ਼ ਆਫ ਪੰਜਾਬ, ਹਮਦਰਦ ਨਿਊਜ਼ਪੇਪਰ ਹੈ ਜਿਹੜਾ, ਠੀਕ, ਇਹਨਾਂ ਦੇ ਵਿੱਚ ਛਪਦੀਆਂ ਰਹਿੰਦੀਆਂ। ਨਿਰਪੱਖ ਆਵਾਜ਼ ਹੋ ਗਈ, ਅਦਾਰਾ ਜਿਹੜਾ ਹੈਗਾ, ਇਹਨਾਂ ਦੇ ਵਿੱਚ ਮੇਰੀਆਂ ਕਹਾਣੀਆਂ ਜਿਹੜੀਆਂ ਉਹ ਛਪਦੀਆਂ। ਸ਼ਰਮਾ ਜੀ, ਹੁਣ ਆਪਣੀਆਂ ਰਚਨਾਵਾਂ ਦੇ ਵਿਸ਼ੇ ਪੱਖ ਬਾਰੇ ਗੱਲ ਕਰੋ। ਕਿਹੜੇ ਵਿਸ਼ੇ ਤੁਸੀਂ ਆਪਣੀਆਂ ਰਚਨਾਵਾਂ ਵਿੱਚ ਪੇਸ਼ ਕੀਤੇ ਨੇ ਜਾਂ ਪੇਸ਼ ਕਰ ਰਹੇ ਹੋ? ਮੇਰੀਆਂ ਜਿਹੜੀਆਂ ਰਚਨਾਵਾਂ ਹੈਗੀਆਂ ਅੱਜ ਤੱਕ ਦੀਆਂ, ਤੇ ਉਹਨਾਂ ਦੇ ਵਿੱਚ ਬੇਰੁਜ਼ਗਾਰੀ ਹੋ ਗਈ, ਭਰੂਣ ਹੱਤਿਆ ਹੋ ਗਈ, ਔਰਤ ਦੇ ਉੱਪਰ ਜੋ ਅਤਿਆਚਾਰ ਹੋ ਰਹੇ ਹੈ, ਜ਼ੁਲਮ ਹੋ ਰਹੇ ਹੈ। ਆਪਾਂ ਦੇਖਿਆ ਹੋਣੀ ਮਨੀਸ਼ਾ ਜਿਹੜੀ ਇੱਕ ਧੀ, ਉਹ ਵਿਲਕਦੀ ਮਰ ਗਈ ਵਿਚਾਰੀ। ਇੰਨੇ ਵਹਿਸ਼ੀ ਦਰਿੰਦਿਆਂ ਨੇ ਉਹਨੂੰ ਨੋਚ ਕੇ, ਇੱਕ ਤਰ੍ਹਾਂ ਦਾ ਮੈਂ ਕਹੂੰਗਾ ਵਹਿਸ਼ੀਪਣ ਦੀ, ਇਸ ਤੋਂ ਉੱਪਰ ਕੁਛ ਨਹੀਂ ਹੋ ਸਕਦਾ ਹੱਦ। ਤੇ ਉਹਦੇ ਉੱਪਰ ਵੀ ਮੈਂ ਮਤਲਬ ਮੇਰੀ ਇੱਕ ਰਚਨਾ ਸੀ, ਹੁਣੀ ਲਿਖੀ, ਸੁਣ ਚੀਕਾਂ ਧੀਏ ਤੇਰੀਆਂ ਰੱਬ ਨੇ ਕਿੱਦਾਂ ਜਰਿਆ ਹੋਣਾ। ਸੁਣ ਚੀਕਾਂ ਧੀਏ ਤੇਰੀਆਂ ਰੱਬ ਨੇ ਕਿੱਦਾਂ ਜਰਿਆ ਹੋਣਾ, ਦਰਿੰਦੇ ਜਦ ਝਪਟੇ ਤੇਰੇ ਉੱਤੇ, ਦਰਿੰਦੇ ਜਦ ਝਪਟੇ ਤੇਰੇ ਉੱਤੇ, ਉਹਨੇ ਕੁਝ ਤਾਂ ਕਰਿਆ ਹੋਣਾ, ਤੂੰ ਚੀਕਾਂ ਮਾਰ ਕੇ ਸੱਦਿਆ ਹੋਊ, ਤੂੰ ਚੀਕਾਂ ਮਾਰ ਕੇ ਸੱਦਿਆ ਹੋਊ, ਕੁਝ ਤਾਂ ਰੱਬ ਤੋਂ ਸਰਿਆ ਹੋਣਾ। ਪਰ ਹੋਂਦ ਹੁੰਦੀ ਜੇ ਰੱਬ ਦੀ ਧੀਏ, ਕਹਿਰ ਨਾ ਸੀ ਐਡਾ ਵਰਿਆ ਹੋਣਾ। ਸੱਚੀਓ ਹੁਣ ਯਕੀਨ ਹੋ ਗਿਆ, ਰੱਬ ਤਾਂ ਤੈਥੋਂ ਪਹਿਲਾਂ ਮਰਿਆ ਹੋਣਾ, ਰੱਬ ਤਾਂ ਤੈਥੋਂ
ਪਹਿਲਾਂ ਮਰਿਆ ਹੋਣਾ। ਇਸ ਤਰ੍ਹਾਂ ਦੀਆਂ ਜੋ ਮਤਲਬ ਸਮਾਜ ਦੇ ਵਿੱਚ ਜੋ ਬੁਰਾਈਆਂ, ਜੋ ਦਿਲ ਦੇ ਵਿੱਚ ਚੀਸ ਉੱਠਦੀ ਹੈ ਅੰਦਰੋਂ, ਦਿਲ ਦੇ ਵਿੱਚ ਜੋ ਅਹਿਸਾਸ ਆਉਂਦੇ ਆ, ਉਹ ਮੈਂ ਮਤਲਬ ਕਲਮਬੱਧ ਕਰਦਾ। ਜਿਵੇਂ ਕੋਈ ਕਿਰਤੀਆਂ ਦੀ ਗੱਲ ਕਰ ਲਓ, ਕਿਰਤੀ ਦੀ ਗੱਲ ਕਰ ਲਓ, ਮਜ਼ਦੂਰ ਦੀ, ਕਿਸਾਨ ਦੀ, ਤਾਂ ਉਹਨਾਂ ਦੀ ਜ਼ਿੰਦਗੀ ਕੀ ਜ਼ਿੰਦਗੀ ਹੈ ਉਹਨਾਂ ਦੀ, ਉਹਦੇ ਬਾਰੇ ਜੋ ਮੇਰੀਆਂ ਰਚਨਾਵਾਂ ਸਾਰੀਆਂ ਉਹਦੇ ਬਾਰੇ ਲਿਖੀਆਂ, ਉਹਨਾਂ ਦੀ ਗੱਲ ਕੀਤੀ ਹੈ। ਉਹਨਾਂ ਨੂੰ ਆਪਣੀ ਸਾਰਾ ਦਿਨ ਵਿਚਾਰੇ ਆਪਣੀ ਮਿਹਨਤ ਕਰਦੇ ਹੈ, ਕਿਰਤ ਕਰਦੇ ਹੈ, ਮੰਡੀਆਂ ਦੇ ਵਿੱਚ ਰੁਲਦੇ ਹੈ, ਖੇਤਾਂ ਦੇ ਵਿੱਚ ਰੁਲਦੇ ਹੈ, ਗਲੀਆਂ ਦੇ ਵਿੱਚ ਰੁਲਦੇ ਆ, ਉਹ ਸਾਰਾ ਦਿਨ ਮਿਹਨਤ ਕਰਦੇ ਆ, ਉਹਨਾਂ ਦੀ ਮਿਹਨਤ ਦਾ ਮੁੱਲ ਨਹੀਂ ਮਿਲਦਾ, ਉਹਦੀ ਗੱਲ ਕੀਤੀ ਹੈ। ਅੰਦਰੋਂ ਇੱਕ ਦਰਦ ਜੋ ਉਹਨਾਂ ਦੇ ਲਈ ਨਿਕਲਦਾ ਹੈ, ਉਹ ਵਰਕੇ ਤੇ ਆਪਣੇ ਆਪ ਜਿਹੜਾ ਹੈ ਉਹ ਸ਼ਬਦਾਂ ਦੇ ਰੂਪ 'ਚ ਇੱਕ ਕਵਿਤਾ ਲੈ ਲੈਂਦਾ। ਮੈਨੂੰ ਤਾਂ ਪਤਾ ਵੀ ਨਹੀਂ ਲੱਗਦਾ ਵੀ ਮੈਂ ਕੀ, ਬਸ ਜੋ ਮਨ ਦੇ ਵਿੱਚ ਅਹਿਸਾਸ ਆਉਂਦੇ ਆ ਮੈਂ ਉਹ ਲਿਖਦਾ। ਜੋ ਵਰਤਮਾਨ ਸਮੇਂ ਤਸਵੀਰ ਵੇਖਦੇ ਆ, ਜੋ ਕੁਝ ਆਸੇ-ਪਾਸੇ ਵਰਤਾਰਾ ਜੋ ਚੱਲ ਰਿਹਾ ਹੈ, ਉਸ ਨੂੰ ਜੋ ਤਸਵੀਰ ਬਣਦੀ ਹੈ ਤਾਂ ਉਹ ਲਿਖ ਦਿੰਦੇ ਆ। ਨਿੱਕੇ ਨਿੱਕੇ ਬੱਚੇ ਵਿਚਾਰੇ ਸੜਕਾਂ ਤੇ ਭੁੱਖ ਨਾਲ ਮਰ ਜਾਂਦੇ ਆ, ਉਹਨਾਂ ਦੀ ਗੱਲ ਕੀਤੀ ਹੈ ਜਿਹੜੀਆਂ ਮੇਰੀਆਂ ਰਚਨਾਵਾਂ। ਤਾਂ ਬਸ ਇਹੀ ਹੈ ਵੀ ਜੋ ਸਮਾਜਿਕ ਬੁਰਾਈਆਂ ਉਹਨਾਂ ਦੀ ਗੱਲ ਹੈ, ਜੋ ਮਤਲਬ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ 2008 ਤੋਂ ਲੈ ਕੇ ਮਤਲਬ ਇਹ ਜਿਹੜਾ ਸੰਘਰਸ਼ ਦਾ, ਉਹ ਚਲੋ ਨਿੱਜੀ ਲੜਾਈ ਸੀ, ਉਹ ਸੰਘਰਸ਼ ਸੀ ਜੋ ਆਪਣੀ ਮਤਲਬ ਨੌਕਰੀਆਂ ਲਈ ਸੀ, ਨਿੱਜੀ ਸੀ। ਤੇ ਉਸ ਤੋਂ ਬਾਅਦ ਹੌਲੀ ਹੌਲੀ ਇਹ ਰਾਹ ਜਿਹੜਾ ਹੈਗਾ ਜਿਵੇਂ ਮਤਲਬ ਚੱਲਦਾ ਗਿਆ, ਤਾਂ ਹੋਰ ਜਿਹੜੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਉਹਨਾਂ ਨਾਲ ਸਾਂਝ ਵੱਧਦੀ ਗਈ, ਤਾਂ ਮਤਲਬ ਉੱਥੇ ਉਹਨਾਂ ਦੇ ਹੱਕ ਵਿੱਚ ਜਿਹੜਾ ਹੈਗਾ ਆਵਾਜ਼ ਆਪਣੀ ਬੁਲੰਦ ਕਰੀਦੀ ਹੈ। ਤਾਂ ਬਾਕੀ ਇਹ ਹੈ ਵੀ ਆਪਣੀ ਕਲਮ ਨਾਲ ਵੀ ਸਿਰਫ ਤੇ ਸਿਰਫ ਉਹਨਾਂ ਦੀ ਆਵਾਜ਼ ਹੀ ਜਿਹੜੀ ਹੈ ਉਹ ਬੁਲੰਦ ਕਰ। ਇੱਕ ਨਾ ਆਪਣੇ ਸਮਾਜ 'ਚ ਨਾ ਜਿੱਦਾਂ ਕਿਸਮਤਵਾਦੀ ਫਲਸਫਾ ਚੱਲਦਾ ਹੈ ਕਿ ਜੋ ਵੀ ਵਾਪਰਦਾ ਚੰਗਾ ਜਾਂ ਮਾੜਾ ਉਹ ਸਾਰਾ ਆਪਣੀ ਕਿਸਮਤ 'ਚ ਲਿਖਿਆ ਹੁੰਦਾ, ਜਾਂ ਇਹ ਵੀ ਕਿਹਾ ਜਾਂਦਾ ਕਿ ਜੋ ਚੰਗਾ ਜਾਂ ਮਾੜਾ ਹੁੰਦਾ ਉਹਦੇ ਪਿੱਛੇ ਰੱਬ ਹੁੰਦਾ ਨਾ। ਇੱਕ ਤੁਹਾਡੀਆਂ ਮੈਂ ਫੇਸਬੁੱਕ 'ਤੇ ਨਾ ਰਚਨਾਵਾਂ ਪੜ੍ਹੀਆਂ ਨੇ ਜੋ ਇਸ ਫਲਸਫੇ 'ਤੇ ਸਵਾਲ ਉਠਾਉਂਦੀਆਂ ਨੇ, ਜਰਾ ਉਹਨਾਂ ਰਚਨਾਵਾਂ ਬਾਰੇ ਜ਼ਿਕਰ ਕਰੋ। ਪਿੱਛੇ ਜੇ ਮੈਂ ਰਚਨਾ ਲਿਖੀ ਸੀ ਮੇਰੀ, ਤੁਸੀਂ ਜਿਵੇਂ ਹੁਣ ਰੱਬ ਦੀ ਗੱਲ ਕੀਤੀ ਹੈ ਤਾਂ ਉਹ ਮੈਂ ਸੁਣਾਉਣਾ ਚਾਹੂੰਗਾ ਜੇ ਹਾਂ ਤੁਹਾਡੀ ਆਗਿਆ ਹੋਵੇ ਤਾਂ। ਉਹਦੇ 'ਚ ਇਹ ਸੀ, ਬੰਦਾ ਬਣ ਕੇ ਬੰਦਿਆਂ ਵਾਂਗੂ, ਬੰਦਾ ਬਣ ਕੇ ਬੰਦਿਆਂ ਵਾਂਗੂ ਰੱਬ ਮੇਰੇ ਕੋਲ ਆਇਆ, ਮੈਨੂੰ ਸੀ ਸਮਝਾਉਣ ਲੱਗਿਆ, ਉਲਟਾ ਮੈਂ ਉਹਨੂੰ ਸਮਝਾਇਆ। ਬੰਦਾ ਬਣ ਕੇ ਬੰਦਿਆਂ ਵਾਂਗੂ ਰੱਬ ਮੇਰੇ ਕੋਲ ਆਇਆ, ਮੈਨੂੰ ਸੀ ਸਮਝਾਉਣ ਲੱਗਿਆ, ਉਲਟਾ ਮੈਂ ਉਹਨੂੰ ਸਮਝਾਇਆ। ਆਖੇ ਮੈਂ ਹਾਂ ਸਭ ਤੋਂ ਵੱਡਾ, ਮੈਂ ਹੀ ਜਗਤ ਬਣਾਇਆ, ਹਰ ਜੀਵ ਵਿੱਚ ਵਸਦਾ ਮੈਂ, ਕਣ ਕਣ ਵਿੱਚ ਸਮਾਇਆ। ਰੱਬ ਦੀ ਸੁਣ ਝੱਟ ਬੋਲਿਆ ਮੈਂ, ਥੋੜਾ ਵਕਤ ਨਾ ਲਾਇਆ, ਤੈਨੂੰ ਤਾਂ ਮੈਂ ਥਾਂ ਥਾਂ ਲੱਭਿਆ, ਤੂੰ ਕਿੱਥੇ ਪੈਰ ਟਿਕਾਇਆ। ਤੈਨੂੰ ਤਾਂ ਮੈਂ ਥਾਂ ਥਾਂ ਲੱਭਿਆ, ਤੂੰ ਕਿੱਥੇ ਪੈਰ ਟਿਕਾਇਆ। ਗਰੀਬ ਦੀ ਕੁੱਲੀ ਤੱਕਿਆ ਤੈਨੂੰ, ਗਰੀਬ ਦੀ ਕੁੱਲੀ ਤੱਕਿਆ ਤੈਨੂੰ, ਬੜਾ ਰੋਇਆ ਤੇ ਕੁਰਲਾ। ਇੱਧਰ ਉੱਧਰ ਪੁੱਛਿਆ ਜਦ ਮੈਂ, ਇੱਧਰ ਉੱਧਰ ਪੁੱਛਿਆ ਜਦ ਮੈਂ, ਤੂੰ ਮਹਿਲਾਂ ਵਿੱਚੋਂ ਥਿਆਇਆ। ਸਮਝ ਮੈਨੂੰ ਫਿਰ ਆਈ ਰੱਬਾ, ਸਮਝ ਮੈਨੂੰ ਫਿਰ ਆਈ ਰੱਬਾ, ਤੂੰ ਵੱਡਿਆਂ ਦਾ ਹਮਸਾਇਆ। ਕਿਵੇਂ ਆਖਾਂ ਦੱਸ ਤੈਨੂੰ ਵੱਡਾ, ਤੂੰ ਕਣ ਕਣ ਵਿੱਚ ਸਮਾ, ਤੂੰ ਕਣ ਕਣ ਵਿੱਚ ਸਮਾ। ਇੱਥੇ ਇਹੀ ਗੱਲ ਹੈ ਵੀ ਰੱਬ ਕਿੱਥੇ ਹੈ। ਮਨੀਸ਼ਾ ਬੱਚੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ, ਰੋਂਦੀ ਕਰਲਾਉਂਦੀ ਵਿਚਾਰੀ, ਕੀ ਦੁੱਖ ਹੰਢਾਇਆ ਹੋਊ ਉਹਨੇ, ਚੀਕਾਂ ਮਾਰਦੀ, ਉਹਨੇ ਵੀ ਤਾਂ ਰੱਬ ਨੂੰ ਸੱਦਿਆ ਹੀ ਹੋਣਾ। ਫਿਰ ਕਿੱਥੇ ਸੀ ਰੱਬ, ਕਿਉਂ ਨਹੀਂ ਬੋੜਿਆ, ਕਿਉਂ ਨਹੀਂ ਬਚਾਇਆ। ਅੱਜ ਸਾਰੇ ਫੇਸਬੁੱਕ ਤੇ ਸਾਰੇ ਮੋਮਬੱਤੀਆਂ ਜਗਾ ਕੇ ਅੱਜ ਉਸ ਮਨੀਸ਼ਾ ਦੇ ਹੱਕ ਵਿੱਚ ਆਵਾਜ਼ ਉਠਾ ਰਹੇ। ਤਾਂ ਉਦੋਂ ਰੱਬ ਕਿੱਥੇ ਸੀ ਜਦੋਂ ਮਨੀਸ਼ਾ ਨਾਲ ਇਹ ਸਾਰਾ ਕੁਝ ਵਾਪਰ ਰਿਹਾ ਸੀ।
ਉਸ ਧੀ ਨਾਲ ਇਹ ਕੁਝ ਵਾਪਰ ਰਿਹਾ ਸੀ, ਦਰਿੰਦਗੀ ਵਾਪਰ ਰਹੀ ਸੀ, ਉਦੋਂ ਰੱਬ ਕਿੱਥੇ ਸੀ? ਤਾਂ ਮੇਰਾ ਇਹੀ ਸਵਾਲ ਮਨ ਦੇ ਵਿੱਚ ਉੱਠਦੇ ਹੈ ਕਿ ਜਿਹਨੂੰ ਰੱਬ ਦੀ ਲੋੜ ਹੈ, ਗਰੀਬ ਬੱਚੇ ਵਿਚਾਰੇ ਭੁੱਖੇ, ਤੁਸੀਂ ਦੇਖਿਆ ਹੋਣਾ ਸੜਕਾਂ ਤੇ, ਉਹ ਵਿਚਾਰੇ ਭੁੱਖੇ, ਇੰਨੀ ਸਰਦੀ ਦੇ ਵਿੱਚ, ਠੰਡ ਦੇ ਵਿੱਚ, ਗਰੀਬ ਹੈ ਉਹ ਵਿਚਾਰਾ, ਇੰਨੀ ਸਰਦੀ ਦੇ ਵਿੱਚ ਠੰਡ ਦੇ ਨਾਲ ਮਰ ਜਾਂਦਾ ਹੈ। ਤਾਂ ਉਹ ਉੱਥੇ ਰੱਬ ਕਿੱਥੇ ਹੈ? ਰੱਬ ਸਿਰਫ ਤੇ ਸਿਰਫ ਜਿਹੜਾ ਰੱਜਿਆ ਪੁੱਜੇ ਉਹਨੂੰ ਹੀ ਰੱਬ ਦਿਸਦਾ ਹੈ ਤੇ ਉਹਦਾ ਹੀ ਰੱਬ ਹੈ। ਗਰੀਬ ਦਾ ਰੱਬ ਕਿੱਥੇ ਹੈ? ਇਹ ਮਨ ਦੇ ਵਿੱਚ ਵਿਚਾਰ ਆਉਂਦੇ ਹੈ ਤੇ ਉਹਨਾਂ ਨੂੰ ਕਲਮਬੱਧ ਮੈਂ ਕਰਦਾ। ਅੱਛਾ, ਇੱਕ ਤੁਹਾਡੀਆਂ ਤਕਰੀਬਨ ਸਾਰੀਆਂ ਰਚਨਾਵਾਂ ਹੀ ਨਾ ਉਹ ਸਮਾਜਿਕ ਸਰੋਕਾਰਾਂ ਨਾਲ ਜੁੜੀਆਂ ਹੋਈਆਂ ਨੇ। ਮੈਂ ਕਾਫੀ ਫੋਲੋਫਾਲੀ ਕੀਤੀ, ਪਰ ਕੋਈ ਮੈਨੂੰ ਪਿਆਰ ਮੁਹੱਬਤ ਨਾਲ ਸੰਬੰਧਿਤ ਰਚਨਾ ਨਹੀਂ ਨਜ਼ਰ ਆਈ ਤੁਹਾਡੀ। ਇਹਦਾ ਕੀ ਕਾਰਨ ਹੈ ਕਿ ਤੁਸੀਂ ਕੋਈ ਪਿਆਰ ਮੁਹੱਬਤ ਵਾਲੀ ਰਚਨਾ ਲਿਖੀ? ਪਿਆਰ ਮੁਹੱਬਤ ਬਾਰੇ ਤਾਂ ਅੱਜ ਤੱਕ ਕੋਈ ਨਾ ਤਾਂ ਕੋਈ ਕਦੇ ਕੋਈ ਦਿਮਾਗ 'ਚ ਇਸ ਤਰ੍ਹਾਂ ਦੀ ਕੋਈ ਆਈ ਹੈ ਵੀ ਕੋਈ ਰਚਨਾ ਲਿਖੀਏ ਤੇ ਨਾ ਲਿਖੀਏ, ਕਿਉਂਕਿ ਸਮਾਜ ਦੇ ਵਿੱਚ ਇੰਨਾ ਕੁਛ ਵਾਪਰ ਰਿਹਾ ਹੈ। ਇਹੋ ਜਿਹੀਆਂ ਗੱਲਾਂ ਵਾਸਤੇ ਜੇ ਕੋਈ ਇੱਕ ਸਾਹਿਤਕਾਰ ਜਾਂ ਕੋਈ ਕਵੀ ਜਾਂ ਕੋਈ ਲੇਖਕ ਲਿਖਦਾ, ਚਲੋ ਆਪਣੇ ਆਪਣੇ ਰੰਗ ਹੁੰਦੇ ਆ ਲਿਖਣ ਦੇ, ਕੋਈ ਹਨਾ ਰੋਮਾਂਸਵਾਦ ਲਿਖਦਾ ਹੈ ਜਾਂ ਕੋਈ ਕੁਛ ਲਿਖਦਾ ਹੈ ਕੁਛ, ਤੇ ਪਰ ਮੈਨੂੰ ਉਹ ਕੁਛ ਸਮਾਜ ਦੇ ਵਿੱਚ ਦੇਖ ਹੀ ਨਹੀਂ ਰਿਹਾ। ਇੱਕ ਔਰਤ ਹੈ, ਉਹ ਜਾ ਰਹੀ ਹੈ, ਤੁਸੀਂ ਕਦੇ ਨੋਟ ਕਰਿਆ ਹੋਣਾ, ਕਦੇ ਮਾਰਕੀਟ ਦੇ ਵਿੱਚ ਕਿਸੇ ਬਾਜ਼ਾਰ ਦੇ ਵਿੱਚ ਤੁਸੀਂ ਖੜ ਕੇ ਨੋਟ ਕਰਿਓ, ਸਾਰੇ ਤਾਂ ਚਲੋ ਪੰਜੇ ਉਂਗਲਾਂ ਆਪਾਂ ਕਹਿ ਦਈਏ ਇੱਕ ਬਰਾਬਰ ਨਹੀਂ ਹੁੰਦੀਆਂ, ਤੁਸੀਂ ਕਦੇ ਨੋਟ ਕਰਿਓ ਇੱਕ ਔਰਤ ਨੂੰ ਇਸ ਨਜ਼ਰ ਨਾਲ ਦੇਖਿਆ ਜਾਂਦਾ ਹੈ ਜਿਵੇਂ ਕੋਈ ਉਹ ਕਿਸੇ ਹੋਰ ਗ੍ਰਹਿ ਤੋਂ ਆਈ ਹੋਵੇ, ਮਤਲਬ ਇਹੋ ਜਿਹੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ। ਤਾਂ ਫਿਰ ਉੱਥੇ ਉਹਨਾਂ ਦੇ ਹੱਕ ਦੀ ਗੱਲ ਕੀਤੀ ਜਾ ਸਕਦੀ ਹੈ। ਤਾਂ ਮੈਂ ਨਹੀਂ ਸਮਝਦਾ ਵੀ ਕੋਈ ਰੋਮਾਂਟਿਕ ਕਵਿਤਾ ਜਾਂ ਕੁਛ ਮੇਰੇ ਤਾਂ ਮਨ ਦੇ ਵਿੱਚ ਆਉਂਦੀ ਨਹੀਂ, ਤੇ ਮੈਂ ਕਦੇ ਲਿਖੀ ਨਹੀਂ ਤੇ ਕਦੇ ਲਿਖਣ ਬਾਰੇ ਸੋਚਿਆ ਨਹੀਂ ਤੇ ਨਾ ਹੀ ਕਦੇ ਲਿਖਣੀ। ਅੱਛਾ ਬਾਈ ਜੀ, ਹੁਣ ਕੋਈ ਆਪਣੀ ਖਾਸ ਰਚਨਾ ਜੋ ਤੁਹਾਡੀ ਪਸੰਦੀਦਾ ਹੋਵੇ, ਜਿਸ ਨੂੰ ਤੁਸੀਂ ਬੈਸਟ ਮੰਨਦੇ ਹੋ, ਉਹ ਜ਼ਰੂਰ ਸਾਂਝੀ ਕਰੋ। ਹਾਂ, ਵੈਸੇ ਤਾਂ ਸਾਰੀਆਂ ਰਚਨਾਵਾਂ ਹੀ ਚਲੋ ਠੀਕ ਹੈ, ਪਰ ਮੈਂ ਤੁਹਾਨੂੰ ਮੇਰੀ ਰਚਨਾ ਇੱਕ ਪਿੱਛੇ ਜੇ ਲੋਕਾਂ ਨੇ ਵੀ ਬਹੁਤ ਪਸੰਦ ਕੀਤੀ, ਮੈਨੂੰ ਫੋਨ ਵੀ ਬਹੁਤ ਆਏ, ਰਚਨਾ ਜਿਹੜੀ ਮੈਂ ਫੇਸਬੁੱਕ ਤੇ ਸ਼ੇਅਰ ਕੀਤੀ ਸੀ, ਉਹ ਰਚਨਾ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਪੜ੍ਹ ਕੇ। ਉਹ ਰਚਨਾ ਇਹ ਸੀ ਕਿ ਜਿਵੇਂ ਆਪਣਾ ਦੇਖੋ ਦੋ ਮੁਲਕ ਹੋ ਗਏ ਹਨਾ, ਪਾਕਿਸਤਾਨ ਹੋ ਗਿਆ, ਹਿੰਦੁਸਤਾਨ ਹੋ ਗਿਆ, ਇਹਨਾਂ ਦੋਨਾਂ ਦੇ ਵਿੱਚ ਖਿੱਚੋਤਾਣ ਚੱਲਦੀ ਰਹਿੰਦੀ ਹੈ। ਜਿਵੇਂ ਕੋਈ ਇੱਕ ਰਚੀ ਮਿੱਚੀ ਸਾਜ਼ਿਸ਼ ਹੋਵੇ, ਕੋਈ ਇੱਕ ਸੌਦਾ ਹੋਏ, ਉਹਦੇ ਉੱਪਰ ਮੇਰੀ ਰਚਨਾ ਸੀ, ਅਸੀਂ ਪਾਕਿਸਤਾਨ ਵੇਚਦੇ ਹਾਂ, ਅਸੀਂ ਪਾਕਿਸਤਾਨ ਵੇਚਦੇ ਹਾਂ, ਤੁਸੀਂ ਹਿੰਦੁਸਤਾਨ ਨੂੰ ਵੇਚੋ। ਅਸੀਂ ਪਾਕਿਸਤਾਨ ਵੇਚਦੇ ਹਾਂ, ਤੁਸੀਂ ਹਿੰਦੁਸਤਾਨ ਨੂੰ ਵੇਚੋ। ਸੁਪਨੇ ਵਿਖਾ ਕੇ ਵੱਡੇ ਵੱਡੇ, ਕਿਰਤੀ ਅਤੇ ਕਿਸਾਨ ਨੂੰ ਵੇਚੋ। ਧਰਮਾਂ ਉੱਤੇ ਸਦਾ ਹੀ ਲੜਦੇ ਰਹਿਣ, ਇੰਨਾ ਉਲਝਾ ਕੇ ਰੱਖੋ। ਧਰਮਾਂ ਉੱਤੇ ਸਦਾ ਹੀ ਲੜਦੇ ਰਹਿਣ, ਇੰਨਾ ਉਲਝਾ ਕੇ ਰੱਖੋ। ਵੱਡੇ ਵੱਡੇ ਹਥਿਆਰ ਬਣਾ ਕੇ, ਵੱਡੇ ਵੱਡੇ ਹਥਿਆਰ ਬਣਾ ਕੇ ਹਿੰਦੂ ਅਤੇ ਮੁਸਲਮਾਨ ਨੂੰ ਵੇਚੋ। ਨਿੱਕੇ ਨਿੱਕੇ ਬੱਚਿਆਂ ਦੇ ਹੱਥ ਆਪਣੇ ਵੱਖੋ ਵੱਖ ਝੰਡੇ ਹੋਵਣ। ਨਿੱਕੇ ਨਿੱਕੇ ਬੱਚਿਆਂ ਦੇ ਹੱਥ ਆਪਣੇ ਵੱਖੋ ਵੱਖ ਝੰਡੇ ਹੋਵਣ। ਝੰਡੇ ਹੇਠ ਦਹਿਸ਼ਤ ਪਾ ਕੇ ਇੱਕ ਦੂਜੇ ਦੇ ਅਰਮਾਨ ਨੂੰ ਵੇਚੋ। ਸਰਹੱਦਾਂ ਉੱਤੇ ਮੁੱਕ ਨਾ ਜਾਵੇ, ਸਰਹੱਦਾਂ ਉੱਤੇ ਮੁੱਕ ਨਾ ਜਾਵੇ, ਜੰਗ ਨੂੰ ਜਾਰੀ ਰੱਖਣਾ। ਸਰਹੱਦਾਂ ਉੱਤੇ ਮੁੱਕ ਨਾ ਜਾਵੇ, ਜੰਗ ਨੂੰ ਜਾਰੀ ਰੱਖਣਾ ਏ। ਮਾਵਾਂ ਦੇ ਮਰਵਾ ਕੇ ਪੁੱਤ ਦੋਹੇ ਪਾਸੇ ਅਮਨ ਅਮਾਨ ਨੂੰ ਵੇਚੋ। ਦੋਵੇਂ ਮੁਲਕਾਂ ਨੂੰ ਜਿਸਨੇ ਵੀ ਜਿਉਣੇ ਬੁਰੀ ਨਜ਼ਰ ਲਗਾਈ, ਦੋਵੇਂ ਮੁਲਕਾਂ ਨੂੰ ਜਿਸਨੇ ਵੀ ਜਿਉਣੇ ਬੁਰੀ ਨਜ਼ਰ ਲਗਾਈ। ਇਕੱਠੀ ਹੋਵੇ ਆਵਾਮ ਜੇ ਸਾਰੀ, ਫੜ ਕੇ ਉਸ ਸ਼ੈਤਾਨ ਨੂੰ ਵੇਚੋ, ਫੜ ਕੇ ਉਸ ਸ਼ੈਤਾਨ। ਅੱਛਾ ਬਾਈ ਜੀ, ਹੁਣ ਵੱਖ-ਵੱਖ ਨਾ ਸਮਾਜਿਕ ਸਰੋਕਾਰਾਂ ਨਾਲ ਸੰਬੰਧਿਤ ਆਪਣੀ ਇੱਕ ਇੱਕ ਰਚਨਾ ਜ਼ਰੂਰ ਸਾਂਝੀ ਕਰੋ। ਜਿੱਦਾਂ ਹੁਣ ਕਿਸਾਨੀ ਦਾ ਸੰਕਟ ਚੱਲ ਰਿਹਾ, ਇਹਦੇ ਬਾਰੇ ਹੋਵੇ, ਜਾਂ
ਜਾਂ ਔਰਤ ਦੀ ਤਰਾਸਦੀ ਬਾਰੇ ਹੋਵੇ ਨਾ, ਜਾਂ ਬੇਰੁਜ਼ਗਾਰੀ ਹੋਵੇ ਜਾਂ ਗਰੀਬੀ ਹੋਵੇ, ਇਹਨਾਂ ਨਾਲ ਸੰਬੰਧਿਤ ਇੱਕ ਇੱਕ ਰਚਨਾ ਜ਼ਰੂਰ ਸਾਂਝੀ ਕਰੋ। ਇਹ ਜਿਹੜੀ ਹੈ ਜੋ ਸੰਘਰਸ਼ ਚੱਲ ਰਿਹਾ ਹੈ ਉਹਦੇ ਪਰ ਰਚਨਾ ਹੈ। ਇੱਕੋ ਝੰਡੇ ਥੱਲੇ ਸਭ ਇਨਸਾਨ ਹੋ ਜਾਓ, ਉੱਠੋ ਜਾਗੋ ਸਾਰੇ ਸੰਗ ਕਿਸਾਨ ਹੋ ਜਾਓ। ਇੱਕੋ ਝੰਡੇ ਥੱਲੇ ਸਭ ਇਨਸਾਨ ਹੋ ਜਾਓ, ਉੱਠੋ ਜਾਗੋ ਸਾਰੇ ਸੰਗ ਕਿਸਾਨ ਹੋ ਜਾਓ। ਹੱਕ 'ਚ ਹੋਕਾ ਸਭ ਨੇ ਲਾਉਣਾ ਜੇਕਰ, ਹੱਕ 'ਚ ਹੋਕਾ ਜੇਕਰ ਲਾਉਣਾ ਜੇਕਰ, ਅੰਨਦਾਤੇ ਨਾਲ ਇੱਕੋ ਜਿੰਦ ਜਾਨ ਹੋ ਜਾਓ। ਵੱਖੋ ਵੱਖ ਕਿਉਂ ਤੁਰਦੇ ਰਹੀਓ, ਵੱਖੋ ਵੱਖ ਕਿਉਂ ਤੁਰਦੇ ਰਹੀਓ, ਏਕੇ ਦਾ ਹੁਣ ਵੱਖਰਾ ਹੀ ਪ੍ਰਮਾਣ ਹੋ ਜਾਓ, ਏਕੇ ਦਾ ਹੁਣ ਵੱਖਰਾ ਹੀ ਪ੍ਰਮਾਣ ਹੋ ਜਾਓ। ਇੱਕ ਨਿਸ਼ਾਨਾ ਇੱਕ ਮੰਜ਼ਲ ਰੱਖਿਓ, ਇੱਕ ਨਿਸ਼ਾਨਾ ਇੱਕ ਮੰਜ਼ਲ ਰੱਖਿਓ, ਕਾਲੇ ਕਾਨੂੰਨਾਂ ਲਈ ਜੇਤੂ ਸਮਾਧਾਨ ਹੋ ਜਾਓ, ਕਾਲੇ ਕਾਨੂੰਨਾਂ ਲਈ ਜੇਤੂ ਸਮਾਧਾਨ ਹੋ ਜਾਓ। ਕੰਬੇਗਾ ਹਾਕਮ ਤੇ ਜਿੱਤ ਵੀ ਯਕੀਨੀ ਹੋਣੀ, ਕੰਬੇਗਾ ਹਾਕਮ ਤੇ ਜਿੱਤ ਵੀ ਯਕੀਨੀ ਹੋਣੀ। ਰੱਖੋ ਵੱਟ ਕੇ ਘੂਰੀ ਭਾਵੇਂ ਲਹੂ ਲਹਾਨ ਹੋ ਜਾਓ, ਭਾਵੇਂ ਲਹੂ ਲਹਾਨ। ਭਟਕਾਉਣਗੇ ਬਹੁਤੇ ਤੇ ਭਰਮਾਉਣਗੇ ਕਈ, ਭਟਕਾਉਣਗੇ ਬਹੁਤੇ ਤੇ ਭਰਮਾਉਣਗੇ ਕਈ। ਅਡੋਲ ਰਹਿ ਕੇ ਹੱਕਾਂ ਲਈ ਕੁਰਬਾਨ ਹੋ ਜਾਓ, ਅਡੋਲ ਰਹਿ ਕੇ ਹੱਕਾਂ ਲਈ ਕੁਰਬਾਨ ਹੋ ਜਾਓ। ਜਿਵੇਂ ਮੈਂ ਗੱਲ ਕੀਤੀ, ਇੱਕੋ ਝੰਡੇ ਥੱਲੇ ਇਕੱਠੇ ਹੋ ਜਾਓ। ਸਾਰੇ ਆਪਣਾ ਵੱਖੋ ਵੱਖ ਰਾਗ ਲਾਪ ਰਹੇ ਹੈ, ਕਿਸੇ ਵੀ ਜਥੇਬੰਦੀ ਦੀ ਗੱਲ ਕਰ ਲਓ, ਹਨਾ। ਸਾਰੀਆਂ ਜਥੇਬੰਦੀਆਂ ਮਤਲਬ ਅਲੱਗ-ਅਲੱਗ ਆਪਣਾ ਅਧਿਆਪਕਾਂ ਦੀ ਗੱਲ ਕਰ ਲਓ, ਅਧਿਆਪਕਾਂ ਦੇ ਵਿੱਚ ਕਿੰਨੀਆਂ ਜਥੇਬੰਦੀਆਂ। ਕਿਸਾਨਾਂ ਦੀ ਗੱਲ ਕਰ ਲਓ ਤਾਂ ਕਿਸਾਨਾਂ ਦੀਆਂ ਚਲੋ ਹੁਣ ਇੱਕ ਹੋ ਕੇ ਲੜ ਰਹੇ ਹੈ। ਤਾਂ ਕਿਰਤੀ ਹੋਏ, ਕਿਸਾਨ ਹੋਏ, ਮਜ਼ਦੂਰ ਹੋਏ ਜਾਂ ਕੋਈ ਮੁਲਾਜ਼ਮ ਹੋਏ, ਸਾਰੇ ਇੱਕ ਹੋ ਕੇ ਕਿਉਂ ਨਹੀਂ ਲੜਦੇ? ਧੱਕਾ ਤਾਂ ਸਾਰਿਆਂ ਨਾਲ ਹੀ ਹੋ ਰਿਹਾ, ਹਰ ਵਰਗ ਨਾਲ ਹੋ ਰਿਹਾ, ਸਟੂਡੈਂਟ ਨਾਲ ਹੋ ਰਿਹਾ। ਤਾਂ ਸਾਰਿਆਂ ਨੂੰ ਮਤਲਬ ਇੱਕ ਹੋ ਕੇ ਚੱਲਣਾ। ਮੇਰੀ ਰਚਨਾ ਇਹਦੇ ਸੰਬੰਧ 'ਚ ਸੀਗੀ ਏਕਾ। ਇਕੱਠ 'ਚ ਲੱਗੇ ਤੁਹਾਡੇ ਨਾਰਿਆਂ ਵਰਗਾ ਸੀ, ਨਾਲ ਮੈਂ ਤੁਰਦਾ ਤੁਹਾਡੇ ਸਾਰਿਆਂ ਵਰਗਾ ਸੀ। ਆਵਾਜ਼ ਬੁਲੰਦ ਸੀ ਮੇਰੀ ਸਭ ਦੇ ਏਕੇ ਕਰਕੇ ਹੀ, ਆਵਾਜ਼ ਬੁਲੰਦ ਸੀ ਮੇਰੀ ਸਭ ਦੇ ਏਕੇ ਕਰਕੇ ਹੀ, ਏਕੇ ਕਰਕੇ ਚਮਕਦੇ ਸਿਤਾਰਿਆਂ ਵਰਗਾ ਸੀ। ਜੱਗ ਜਾਣਦਾ ਮੇਰੀ, ਜੱਗ ਜਾਣਦਾ ਮੇਰੀ ਇਕੱਲੇ ਦੀ ਕੀ ਭੁਗਤ ਸੀ। ਦਰੋਂ ਘਰੋਂ ਮੈਂ ਸਭ ਦੇ ਦੁਰਕਾਰਿਆਂ ਵਰਗਾ ਸੀ। ਢਿੱਡ ਭਰਨ ਨੂੰ ਨਿੱਤ ਹੀ ਥਾਂ ਥਾਂ ਤੇ ਰੋਂਦਾ ਸੀ, ਢਿੱਡ ਭਰਨ ਨੂੰ ਨਿੱਤ ਹੀ ਥਾਂ ਥਾਂ ਤੇ ਰੋਂਦਾ ਸੀ। ਰੋ ਰੋ ਕੇ ਮੈਂ ਪੂਰਾ ਹੰਝੂ ਖਾਰਿਆਂ ਵਰਗਾ ਸੀ। ਲਾਰਿਆਂ ਦੀ ਤਾਂ ਨਦੀ ਹੀ ਵਹਿੰਦੀ ਰਹਿੰਦੀ ਸੀ, ਲਾਰਿਆਂ ਦੀ ਤਾਂ ਨਦੀ ਹੀ ਵਹਿੰਦੀ ਰਹਿੰਦੀ ਸੀ। ਮੈਂ ਪਾਸੀ ਖੜੇ ਪਿਆਸੇ ਕਿਨਾਰਿਆਂ ਵਰਗਾ ਸੀ। ਜਿੱਤ ਕੇ ਹਰ ਵਾਰੀ ਪਾਸੇ ਹੋ ਜਾਂਦਾ ਹੈ ਰਹਿਬਰ ਮੇਰਾ, ਜਿੱਤ ਕੇ ਹਰ ਵਾਰੀ ਪਾਸੇ ਹੋ ਜਾਂਦਾ ਹੈ ਰਹਿਬਰ ਮੇਰਾ। ਮੈਂ ਜਿੱਤ ਕੇ ਵੀ ਰਹਿੰਦਾ ਹਾਰਿਆਂ ਵਰਗਾ ਸੀ। ਵੇਖਦਾ ਨਹੀਂ ਸੀ ਕੋਈ, ਵੇਖਦਾ ਨਹੀਂ ਸੀ ਕੋਈ ਵੀ ਆ ਕੇ ਮੇਰੇ ਜ਼ਖਮਾਂ ਨੂੰ, ਵੇਖਦਾ ਨਹੀਂ ਸੀ ਕੋਈ ਵੀ ਆ ਕੇ ਮੇਰੇ ਜ਼ਖਮਾਂ ਨੂੰ। ਥੋੜੇ ਬਿਨ ਜਿਉਣਿਆਂ ਬੇਸਹਾਰਿਆਂ ਵਰਗਾ ਸੀ, ਥੋੜੇ ਬਿਨ ਜਿਉਣਿਆਂ ਬੇਸਹਾਰਿਆਂ ਵਰਗਾ ਸੀ। ਬਹੁਤ ਖੂਬ। ਇਹ ਹੈ ਜੀ ਵੀ ਆਪਾਂ ਨੂੰ, ਹਾਂਜੀ ਹਾਂ, ਆਪਾਂ ਨੂੰ ਏਕੇ ਦੇ ਨਾਲ ਹੀ ਆਪਾਂ ਨੂੰ ਜਿਹੜਾ ਹੈ ਆਪਾਂ ਇਹ ਸੁਧਾਰ ਕਰ ਸਕਦੇ। ਜਿਵੇਂ ਮੇਰੀ ਰਚਨਾਵਾਂ ਦੇ ਵਿੱਚ ਮੈਂ ਗੱਲ ਕੀਤੀ ਹੈ ਊਚ ਨੀਚ ਦੀ, ਜਾਤ ਪਾਤ ਦੀ, ਤੇ ਉਹਦੇ ਸੰਬੰਧ 'ਚ ਮੇਰੀ ਇੱਕ ਰਚਨਾ ਹੈ ਸਾਡੇ ਨੀਵਿਆਂ ਦੇ ਉੱਚਿਆਂ ਨੂੰ ਤਰਕ ਬੜੇ, ਸਾਡੇ ਨੀਵਿਆਂ ਦੇ ਉੱਚਿਆਂ ਨੂੰ ਤਰਕ ਬੜੇ। ਜ਼ਿੰਦਗੀ ਸਭ ਹੀ ਜਿਉਂਦੇ ਪਰ ਫਰਕ ਬੜੇ, ਜ਼ਿੰਦਗੀ ਸਭ ਹੀ ਜਿਉਂਦੇ ਫਰਕ ਬੜੇ। ਪਲ ਪਲ ਹਰ ਥਾਂ ਬਲਦੇ ਭੁੱਖ ਦੇ ਭਾਂਬੜ ਨੇ, ਪਲ ਪਲ ਬਲਦੇ ਹਰ ਥਾਂ ਭੁੱਖ ਦੇ ਭਾਂਬੜ ਨੇ। ਰੱਜਿਆਂ ਨੂੰ ਕੀ ਦਸੀਏ ਇੱਥੇ ਨਰਕ ਬੜੇ। ਇਨਸਾਨੀਅਤ ਤਾਂ ਮੁੱਕ ਗਈ ਇਸ ਦੁਨੀਆ ਤੇ, ਇਨਸਾਨੀਅਤ ਤਾਂ ਮੁੱਕ ਗਈ ਇਸ ਦੁਨੀਆ ਤੇ। ਉਂਝ ਰੱਬਾ ਤੇਰੇ ਵੱਲੋਂ ਵੀ ਬੇੜੇ ਗਰਕ ਬੜੇ, ਉਂਝ ਰੱਬਾ ਤੇਰੇ ਵੱਲੋਂ ਵੀ ਬੇੜੇ ਗਰਕ ਬੜੇ ਨੇ। ਮਰ ਜਾਂਦੇ ਅਸੀਂ ਤਰਸ ਕੇ ਟੁੱਕਦੀ ਬੁਰਕੀ ਨੂੰ, ਮਰ ਜਾਂਦੇ ਅਸੀਂ ਤਰਸ ਕੇ ਟੁੱਕਦੀ ਬੁਰਕੀ ਨੂੰ। ਸੁਣਿਆ ਤੁਹਾਡੇ ਭਾਂਡਿਆਂ ਨੂੰ ਸੋਨੇ ਦੇ ਵਰਕ ਬਣੇ ਨੇ, ਸੁਣਿਆ ਤੁਹਾਡੇ ਭਾਂਡਿਆਂ ਨੂੰ ਸੋਨੇ ਦੇ ਵਰਕ ਬਣੇ ਨੇ। ਔਕਾਤ ਵੇਖ ਕੰਮ ਆਉਂਦੇ ਇੱਥੇ ਲੋਕ ਮਤਲਬੀ, ਔਕਾਤ ਵੇਖ ਕੰਮ ਆਉਂਦੇ ਇੱਥੇ ਲੋਕ ਮਤਲਬੀ। ਤਾਈਓ ਰਿਸ਼ਤਿਆਂ ਵਿੱਚ ਸੁਣਦੇ ਜਰਕ ਬੜੇ ਨੇ, ਲੀਰਾਂ ਵਿੱਚ ਵੀ ਢੱਕ ਜਾਂਦਾ ਤਨ ਗਰੀਬੜੀ ਦਾ,
ਇੱਥੇ ਸੋਚ ਦੀ ਗੱਲ ਹੈ। ਲੀਰਾਂ ਵਿੱਚ ਵੀ ਢੱਕ ਜਾਂਦਾ ਤਨ ਗਰੀਬੜੀ ਦਾ, ਪਰ ਭੈੜੀਆਂ ਅੱਖਾਂ ਦੇ ਵਿੱਚ ਠੱਕ ਬੜੇ, ਪਰ ਭੈੜੀਆਂ ਅੱਖਾਂ ਦੇ ਵਿੱਚ ਠੱਕ ਬੜੇ। ਵੇਖ ਕੇ ਮੰਜ਼ਰ ਇਸ ਦੁਨੀਆ ਦਾ ਫਿਰ ਵੀ ਸੁੱਤੇ, ਵੇਖ ਕੇ ਮੰਜ਼ਰ ਇਸ ਦੁਨੀਆ ਦਾ ਫਿਰ ਵੀ ਸੁੱਤੇ। ਊਂ ਤਾਂ ਜਿਉਣਿਆਂ ਵਰਗੇ ਫਿਰਦੇ, ਊਂ ਤਾਂ ਜਿਉਣੇ ਵਰਗੇ ਫਿਰਦੇ ਸਤਰਕ ਬੜੇ, ਊਂ ਤਾਂ ਜਿਉਣੇ ਵਰਗੇ ਫਿਰਦੇ ਸਤਰਕ ਬੜੇ। ਜਿਵੇਂ ਮੇਰੀ ਰਚਨਾ ਹੈ ਕਿਰਤੀ, ਇਹਦੇ ਵਿੱਚ ਮਜ਼ਦੂਰਾਂ ਦੀ ਗੱਲ ਕੀਤੀ ਗਈ ਹੈ, ਕਿਰਤੀਆਂ ਦੀ ਗੱਲ ਕੀਤੀ ਗਈ ਹੈ ਕਿ ਕਿਵੇਂ ਉਹਨਾਂ ਨੂੰ ਦੁਰਕਾਰਿਆ ਜਾਂਦਾ ਹੈ, ਕਿਵੇਂ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਅਸੀਂ ਕਿਰਤੀ, ਸਾਡੇ ਕਰਮ ਜਦ ਹਾਰ ਗਏ, ਤਦ ਕਹਿ ਕੇ ਬਾਗੀ ਉਹ ਦੁਰਕਾਰੇ। ਵੱਧ ਨਹੀਂ ਕੁਝ ਅਸੀਂ ਤਾਂ ਆਪਣੇ ਹੱਕ ਸੀ ਮੰਗੇ, ਵੱਧ ਨਹੀਂ ਕੁਝ ਅਸੀਂ ਤਾਂ ਆਪਣੇ ਹੱਕ ਸੀ ਮੰਗੇ, ਫਿਰ ਵੀ ਸਾਡੇ ਗੋਲੀਆਂ ਡਾਂਗਾ ਮਾਰ ਗਏ। ਸੂਰਜ ਤਾਂ ਸੂਰਜ, ਸੂਰਜ ਤਾਂ ਸੂਰਜ, ਚੰਦ ਵੀ ਮਾਮਾ ਉਹਨਾਂ ਦਾ, ਅਸੀਂ ਤਾਂ ਆਪਣੇ ਰਿਸ਼ਤੇ ਹੀ ਸਭ ਹਾਰ ਗਏ। ਪੌੜੀ ਗਿਆਨ ਦੀ ਚੜ੍ਹ ਉਤਰੇ ਬੂਹੇ ਉਹਨਾਂ ਦੇ, ਪੌੜੀ ਗਿਆਨ ਦੀ ਚੜ੍ਹ ਉਤਰੇ ਬੂਹੇ ਉਹਨਾਂ ਦੇ, ਸਾਨੂੰ ਛਾਪ ਅੰਗੂਠਾ ਰੱਖਿਆ ਤਾਂਹੀਓ ਹਾਰ ਗਏ, ਸਾਨੂੰ ਛਾਪ ਅੰਗੂਠਾ ਰੱਖਿਆ ਤਾਂਹੀਓ ਚਾਰ ਗਏ। ਆਪਣੇ ਹੱਥੀਂ ਹਰ ਇੱਟ ਟਿਕਾਈ ਮਹਿਲਾਂ ਦੀ, ਆਪਣੇ ਹੱਥੀਂ ਹਰ ਇੱਟ ਟਿਕਾਈ ਮਹਿਲਾਂ ਦੀ, ਉਹ ਸਾਡੀ ਕੁੱਲੀ ਗੁੱਲੀ ਜੁੱਲੀ ਸਭ ਵਿਸਾਰ ਗਈ। ਸਾਡੇ ਮਸਲੇ ਰੋਟੀ ਤੱਕ ਸਦਾ ਹੀ ਸੀਮਤ ਰਹੇ, ਸਾਡੇ ਮਸਲੇ ਰੋਟੀ ਤੱਕ ਸਦਾ ਹੀ ਸੀਮਤ ਰਹੇ, ਤੇ ਉਹ ਆਪਣੇ ਵੱਡੇ ਵੱਡੇ ਮਹਿਲ ਉਸਾਰੇ। ਸੜਕਾਂ ਉੱਪਰ ਆ ਵੀ ਜਾਈਏ ਇੱਕਾ ਦੁੱਕਾ ਜੇ, ਸੜਕਾਂ ਉੱਪਰ ਆ ਵੀ ਜਾਈਏ ਇੱਕਾ ਦੁੱਕਾ ਜੇ, ਕਰਕੇ ਭਾਸ਼ਣ ਵੱਡੇ ਸਾਡੀ ਭੀੜ ਖਰਾਬ, ਕਰਕੇ ਭਾਸ਼ਣ ਵੱਡੇ ਸਾਡੀ ਭੀੜ ਖਰਾਬ। ਅਸੀਂ ਦੱਬੇ ਕੁਚਲੇ ਭੁੱਖਣ ਭਾਣੇ ਫਿਰਦੇ ਰਹੇ, ਅਸੀਂ ਦੱਬੇ ਕੁਚਲੇ ਭੁੱਖਣ ਭਾਣੇ ਫਿਰਦੇ ਰਹੇ, ਤਾਂਹੀਓ ਤਾਂ ਉਹ ਸਾਡੇ ਉੱਤੇ ਕਰਦੇ ਵਾਰ ਗਏ, ਤਾਂਹੀਓ ਤਾਂ ਉਹ ਸਾਡੇ ਉੱਤੇ ਕਰਦੇ ਵਾਰ ਗਏ। ਏਕੇ ਦੇ ਨਾਲ ਜਿਉਣਿਆ ਮੰਗ ਮਨਾ ਸਕਦੇ ਹੋ, ਏਕੇ ਦੇ ਨਾਲ ਜਿਉਣਿਆ ਮੰਗ ਮਨਾ ਸਕਦੇ ਹੋ, ਬੁਲੰਦ ਹੌਸਲਿਆਂ ਨੂੰ ਜੇ ਮਨ ਵਿੱਚ ਧਾਰ ਗਏ, ਬੁਲੰਦ ਹੌਸਲਿਆਂ ਨੂੰ ਜੇ ਮਨ ਵਿੱਚ ਧਾਰ ਗਏ। ਧੀਆਂ ਤੇ ਇੱਕ ਔਰਤ ਦੇ ਜੋ ਚੱਲ ਰਿਹਾ ਹੈ, ਮਤਲਬ ਬੁਰੀ ਨਜ਼ਰ ਨਾਲ ਦੇਖਿਆ ਜਾਂਦਾ ਹਰ ਵੇਲੇ, ਉਹਦੇ ਤੇ ਰਚਨਾ ਸੀ ਮੇਰੀ ਇੱਕ। ਮੈਨੂੰ ਜਨਮ ਦੇਣ ਤੋਂ ਡਰਦੇ ਤੁਹਾਡੀ ਸੋਚ ਵਿੱਚ ਤੰਗੀ ਆ, ਮੈਨੂੰ ਜਨਮ ਦੇਣ ਤੋਂ ਡਰਦੇ ਤੁਹਾਡੀ ਸੋਚ ਵਿੱਚ ਤੰਗੀ ਆ, ਤੁਸੀਂ ਕੈਦ ਹੀ ਰੱਖੋ ਇਸ ਨਗਰੀ, ਤੁਸੀਂ ਕੈਦ ਹੀ ਰੱਖੋ ਇਸ ਨਗਰੀ, ਮੈਨੂੰ ਕੈਦ ਹੀ ਚੰਗੀ ਆ। ਦਿਨੇ ਕਹਾਉਂਦੇ ਇੱਜ਼ਤਾਂ ਦੇ ਰਾਖੇ, ਰਾਤੀ ਕੋਠੇ ਤੇ ਵੇਖੇ, ਦਿਨੇ ਕਹਾਉਂਦੇ ਇੱਜ਼ਤਾਂ ਦੇ ਰਾਖੇ, ਰਾਤੀ ਕੋਠੇ ਤੇ ਵੇਖੇ ਨੇ। ਰੰਗ ਬਦਲਦੇ ਇਸ ਦੁਨੀਆ ਤੇ ਲੋਕ ਬੜੇ ਹੀ ਢੰਗੀ ਆ, ਨੋਚ ਨੋਚ ਖਾ ਲੈਂਦੀਆਂ ਗਿਰਝਾਂ ਵਰਗੀਆਂ ਅੱਖਾਂ ਨੇ, ਨੋਚ ਨੋਚ ਖਾ ਲੈਂਦੀਆਂ ਗਿਰਝਾਂ ਵਰਗੀਆਂ ਅੱਖਾਂ ਨੇ। ਸਿਰ ਢੱਕੇ ਵੀ ਤੁਰਦੀ ਇੱਥੇ ਮੈਂ ਸਮਝਾਂ ਨੰਗੀ, ਸਿਰ ਢੱਕੇ ਵੀ ਤੁਰਦੀ ਇੱਥੇ ਮੈਂ ਸਮਝਾਂ ਨੰਗੀ। ਕਦੇ ਬੱਸਾਂ ਵਿੱਚ ਕਦੇ ਰਾਹਾਂ ਵਿੱਚ ਤੇ ਸਰੇ ਬਾਜ਼ਾਰ, ਕਦੇ ਕਦੇ ਬੱਸਾਂ ਵਿੱਚ ਕਦੇ ਰਾਹਾਂ ਵਿੱਚ ਤੇ ਸਰੇ ਬਾਜ਼ਾਰ, ਕਦੇ ਲੁੱਟ ਲੈਂਦੇ ਨੇ ਇੱਜ਼ਤ ਸ਼ਰਮ ਤਾਂ ਲਾ ਕੇ ਚੰਗੀ। ਮਾਡਰਨ ਹੋ ਗਈ ਦੁਨੀਆ ਆਖੇ ਧੀਆਂ ਦਾ ਸਤਿਕਾਰ ਕਰੋ, ਮਾਡਰਨ ਹੋ ਗਈ ਦੁਨੀਆ ਆਖੇ ਧੀਆਂ ਦਾ ਸਤਿਕਾਰ ਕਰੋ। ਇੱਜ਼ਤਾਂ ਲਈ ਸੰਘਰਸ਼ ਕਰਾਂ ਮੇਰੀ ਜੂਨ ਹੀ ਜੰਗੀ ਆ। ਪਲ ਪਲ ਤੁਸੀਂ ਦੁਰਕਾਰੋ ਜਾਂ ਫਿਰ ਕੁੱਖਾਂ ਦੇ ਵਿੱਚ ਮਾਰੋ, ਜਾਂ ਬਲੀ ਦਾਜ ਦੀ ਚਾੜੋ ਮੈਂ ਜ਼ਿੰਦਗੀ ਕਦ ਮੰਗੀ। ਤੁਸੀਂ ਆਪਣਾ ਆਪ ਸੁਧਾਰੋ ਮੇਰੀ ਜੂਨ ਸੁਧਰ ਜਾਵੇਗੀ, ਤੁਸੀਂ ਆਪਣਾ ਆਪ ਸੁਧਾਰੋ ਮੇਰੀ ਜੂਨ ਸੁਧਰ ਜਾਵੇਗੀ। ਦੁਨੀਆ ਤੋਂ ਦੁੱਖ ਸਹਿੰਦੀ ਆਈ, ਸਦੀਆਂ ਤੋਂ ਦੁੱਖ ਸਹਿੰਦੀ ਆਈ, ਜੋ ਪਈ ਬਦਲ, ਸਦੀਆਂ ਤੋਂ ਦੁੱਖ ਸਹਿੰਦੀ ਆਈ ਜੋ ਪਈ। ਸ਼ਰਮਾ ਜੀ, ਤੁਸੀਂ ਸਾਡੇ ਪ੍ਰੋਗਰਾਮ ਲਈ ਸਮਾਂ ਕੱਢਿਆ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ।